3 फरवरी का भारत ਅਤੇ विश्व के इतिहास में अपना महत्व है क्योंकि इस दिन कई अजिहियां घटनावां वापरियां जो कि इतिहास के पन्नियां में सदा ਲਈ दर्ज हो गई। ताओ जानते हैं 3 फरवरी के इतिहास बारे। 3 फरवरी 1661 ਨੂੰ ਮਰਾਠਾ ਸਾਮਰਾਜ ਅਤੇ ਮੁਗਲਾਂ ਵਿਚਕਾਰ ਉਬਰ-ਖਿੰਡ ਦੇ ਵਿੱਚ ਲੜਾਈ ਹੋਈ ਸੀ। ਇਸ ਲੜਾਈ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਮਰਾਠਾ ਫੌਜ ਦੀ ਅਗਵਾਈ ਕਰ ਰਹੇ ਸਨ ਜਦੋਂ ਕਿ ਮੁਗਲ ਫੌਜ ਦੀ ਕਮਾਨ ਕਰਤਲਬ ਖਾਨ ਦੇ ਹੱਥ ਵਿੱਚ ਸੀ। ਉਬਰ-ਖਿੰਡ ਦੀ ਲੜਾਈ ਵਿੱਚ ਸ਼ਿਵਾਜੀ ਦੀ ਫੌਜ ਨੇ ਮੁਗਲਾਂ ਨੂੰ ਬੁਰੀ ਤਰ੍ਹਾਂ ਹਰਾਇਆ। ਇਹ ਲੜਾਈ ਸ਼ਿਵਾਜੀ ਮਹਾਰਾਜ ਦੀ ਯੁੱਧ ਪ੍ਰਣਾਲੀ ਦੀ ਇੱਕ ਵੱਡੀ ਉਦਾਹਰਣ ਹੈ। ਇਹ ਲੜਾਈ ਵੀ ਗੁਰੀਲਾ ਯੁੱਧ ਦੀ ਇੱਕ ਸ਼ਾਨਦਾਰ ਮਿਸਾਲ ਸੀ। ਇਸ ਲੜਾਈ ਵਿੱਚ ਸ਼ਿਵਾਜੀ ਮਹਾਰਾਜ ਨੇ ਸਿਰਫ 1000 ਮਰਾਠਾ ਸਿਪਾਹੀਆਂ ਨਾਲ 20000 ਮੁਗਲ ਸਿਪਾਹੀਆਂ ਨੂੰ ਹਰਾਇਆ ਸੀ। ਇਸ ਜੰਗ ਦਾ ਨਤੀਜਾ ਲੜਾਈ ਸ਼ੁਰੂ ਹੋਣ ਦੇ 2-3 ਘੰਟਿਆਂ ਦੇ ਅੰਦਰ ਹੀ ਘੋਸ਼ਿਤ ਕਰ ਦਿੱਤਾ ਗਿਆ ਸੀ। ਇਸ ਲੜਾਈ ਵਿੱਚ ਬਹੁਤ ਸਾਰੇ ਮੁਗਲ ਸਿਪਾਹੀ ਮਾਰੇ ਗਏ ਸਨ, ਪਰ ਇਤਿਹਾਸ ਦੀਆਂ ਕਿਤਾਬਾਂ ਵਿੱਚ ਅੱਜ ਤੱਕ ਸਾਨੂੰ ਸਿਰਫ ਇਹੀ ਪੜ੍ਹਾਇਆ ਗਿਆ ਹੈ ਕਿ ਔਰੰਗਜ਼ੇਬ ਨੇ ਸ਼ਿਵਾਜੀ ਨੂੰ ਕਿਵੇਂ ਕੈਦ ਕੀਤਾ ਸੀ। ਅੱਜ ਵੀ ਬਹੁਤ ਸਾਰੇ ਲੋਕਾਂ ਨੂੰ ਉਬਰ-ਖਿੰਡ ਦੀ ਲੜਾਈ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। 3 ਫਰਵਰੀ 1925 ਨੂੰ ਭਾਰਤ ਵਿੱਚ ਪਹਿਲੀ ਇਲੈਕਟ੍ਰਿਕ ਰੇਲ ਗੱਡੀ ਨੂੰ ਬੰਬੇ, ਵੀਟੀ ਅਤੇ ਕੁਰਲਾ ਹਾਰਬਰ ਵਿਚਕਾਰ ਦੂਰੀ ਨੂੰ ਕਵਰ ਕੀਤਾ ਸੀ। ट्रेन ਨੂੰ 1500 ਵਾਟ DC ਤੇ ਬਿਜਲੀ ਦਿੱਤੀ ਗਈ ਸੀ। ਰੇਲ ਗੱਡੀ ਨਾ ਸਿਰਫ ਭਾਰਤ ਵਿੱਚ ਸਗੋਂ ਏਸ਼ੀਆ ਵਿੱਚ ਵੀ ਪਹਿਲੀ ਇਲੈਕਟ੍ਰਿਕ ਟ੍ਰੇਨ ਸੀ। ਇਸ ਨੂੰ ਬੰਬਈ ਦੇ ਤਤਕਾਲੀ ਗਵਰਨਰ ਸਰ ਲੈਸਲੀ ਵਿਲਸਨ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਇਸ ਤੋਂ ਬਾਅਦ ਵਿਲਸਨ ਨੇ 5 ਜਨਵਰੀ 1928 ਨੂੰ ਕੋਲਾਬਾ ਅਤੇ ਬੋਰੀਵਲੀ ਵਿਚਕਾਰ ਇਲੈਕਟ੍ਰਿਕ ਰੇਲ ਲਾਈਨ ਦੀ ਸ਼ੁਰੂ ਕੀਤੀ ਸੀ। ਇਸ ਸਮੇਂ ਦੌਰਾਨ ਵਿਲਸਨ ਨੇ ਖੁਦ ਮੁੰਬਈ ਦੀ ਯਾਤਰਾ ਕੀਤੀ। ਤੁਹਾਨੂੰ ਦੱਸ ਦਈਏ ਕਿ ਭਾਰਤ ਵਿੱਚ ਪਹਿਲੀ ਰੇਲ ਗੱਡੀ 1853 ਵਿੱਚ पोरीबंदर तो ठाणे विचकार चली सी। इस विच 3 भाफ इंजन सन। उस समय करीब 400 लोग इस ट्रेन राही सफर करते सन। 3 फरवरी 1988 ਨੂੰ ਭਾਰਤ ਦੀ ਪਹਿਲੀ ਪਰਮਾਣੂ ਪਣਡੁੱਬੀ 18 ਦਿਨਾਂ ਵਿੱਚ 10,300 ਕਿਲੋਮੀਟਰ ਦੀ ਸਮੁੰਦਰੀ ਦੂਰੀ ਤੈਅ ਕਰਕੇ ਰੂਸ ਤੋਂ ਵਿਸ਼ਾਖਾਪਟਨਮ ਪਹੁੰਚੀ। रूस तो परतन तो बाद इस पनडुब्बी का नाम INS चक्कर रखा गया। तत्काली प्रधानमंत्री राजीव गांधी ने विशाखापट्टनम पहुंचण ते देश च इस परमाणु पनडुब्बी का स्वागत किया। भारत की पहली परमाणु पनडुब्बी INS चक्कर ने पाकिस्तान और चीन की नींद उड़ा दी सी, जिस तो दोवें देश घबरा गए सन। INS चक्कर शीत युद्ध के अंत दौरान रूस तो लीज तो लिया गया सी। यह पहली बार सी जदों किसी देश ने परमाणु पनडुब्बी लीज तो लई सी। 3 फरवरी 1816 ਨੂੰ ਰਾਮ ਸਿੰਘ ਕੂਕਾ ਸਿਪਾਹੀ, ਧਾਰਮਿਕ ਸਿੱਖ ਆਗੂ ਅਤੇ ਭਾਰਤੀ ਆਜ਼ਾਦੀ ਘੁਲਾਟੀਏ ਦਾ ਜਨਮ ਲੁਧਿਆਣਾ, ਪੰਜਾਬ ਵਿੱਚ ਹੋਇਆ ਸੀ। ਤੁਸੀਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਪੜ੍ਹਿਆ ਹੋਵੇਗਾ ਕਿ ਅਸਹਿਯੋਗ ਅੰਦੋਲਨ ਮੋਹਨਦਾਸ ਕਰਮਚੰਦ ਗਾਂਧੀ ਦੀ ਅਗਵਾਈ ਵਿੱਚ ਪਹਿਲਾ ਜਨ ਅੰਦੋਲਨ ਸੀ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਅੰਦੋਲਨ ਦੀ ਨੀਂਹ 1920 ਤੋਂ 50 ਸਾਲ ਪਹਿਲਾਂ ਯਾਨੀ ਕਿ 1870 ਵਿੱਚ ਰੱਖੀ ਗਈ ਸੀ? ਜੀ ਹਾਂ, 1870 ਵਿੱਚ ਨਾ ਮਿਲਵਰਤਨ ਅੰਦੋਲਨ ਸ਼ੁਰੂ ਕਰਨ ਤੋਂ ਬਾਅਦ ਰਾਮ ਸਿੰਘ ਕੂਕਾ ਨੇ ਲੋਕਾਂ ਨੂੰ ਦੱਸਿਆ ਕਿ ਅੰਗਰੇਜ਼ਾਂ ਵਿਰੁੱਧ ਰੋਸ ਪ੍ਰਗਟ ਕਰਨ ਦਾ ਤਰੀਕਾ ਉਹਨਾਂ ਦੀਆਂ ਵਸਤਾਂ ਤੇ ਸੇਵਾਵਾਂ ਦਾ ਬਾਈਕਾਟ ਕਰਨਾ ਵੀ ਹੋ ਸਕਦਾ ਹੈ। ਅੰਗਰੇਜ਼ਾਂ ਨੇ ਰਾਮ ਸਿੰਘ ਕੂਕਾ ਤੋਂ ਡਰਦਿਆਂ ਉਹਨਾਂ ਨੂੰ ਉਮਰ ਕੈਦ ਕਰਕੇ ਬਰਮਾ ਭੇਜ ਦਿੱਤਾ ਸੀ, ਜਿੱਥੇ 1885 ਵਿੱਚ ਉਹਨਾਂ ਦੀ ਮੌਤ ਹੋ ਗਈ। ਨਾਮਧਾਰੀ ਸੰਪਰਦਾ ਦੇ ਮੋਢੀ ਰਾਮ ਸਿੰਘ ਕੂਕਾ ਦਾ ਪ੍ਰਭਾਵ ਉਸ ਸਮੇਂ ਲੋਕਾਂ ਤੇ ਇੰਨਾ ਡੂੰਘਾ ਸੀ ਕਿ ਲੋਕ ਅੰਗਰੇਜ਼ਾਂ ਵਿਰੁੱਧ ਡਟ ਕੇ ਖੜੇ ਹੋ ਗਏ। ਕੂਕਾ ਲਹਿਰ ਤਹਿਤ ਲੋਕਾਂ ਨੇ ਵਿਦੇਸ਼ੀ ਵਸਤੂਆਂ ਦੇ ਬਾਈਕਾਟ ਦੇ ਨਾਲ-ਨਾਲ ਗਊ ਹੱਤਿਆ ਤੇ ਪਾਬੰਦੀ ਲਗਾਉਣ ਦੀ ਵੀ ਮੰਗ ਕੀਤੀ। ਕੂਕਾ ਸਮਰਥਕਾਂ ਤੋਂ ਡਰ ਕੇ ਅੰਗਰੇਜ਼ਾਂ ਨੇ ਫਿਰ ਹਿੰਸਾ ਦਾ ਰਾਹ ਅਪਣਾਇਆ ਤੇ ਕਈ ਲੋਕਾਂ ਦੀਆਂ ਜਾਨਾਂ ਲਈਆਂ। ਰਾਮ ਸਿੰਘ ਕੂਕਾ ਨੂੰ ਅੱਜ ਵੀ ਆਜ਼ਾਦੀ, ਸਵਦੇਸ਼ੀ, ਸਮਾਜ ਸੁਧਾਰ, ਗਊ ਰੱਖਿਅਕ ਅਤੇ ਗੁਲਾਮੀ ਦੀ ਪੂਰੀ ਵਿਵਸਥਾ ਨੂੰ ਜੜੋਂ ਪੁੱਟਣ ਲਈ ਉਹਨਾਂ ਦੀ ਲੜਾਈ ਨੂੰ ਯਾਦ ਕੀਤਾ ਜਾਂਦਾ ਹੈ। 3 ਫਰਵਰੀ 1954 ਨੂੰ ਪ੍ਰਯਾਗਰਾਜ ਕੁੰਭ ਮੇਲੇ ਵਿੱਚ ਮਚੀ ਭਗਦੜ ਵਿੱਚ ਸੈਂਕੜੇ ਲੋਕ ਮਾਰੇ ਗਏ ਸਨ। ਅੰਦਾਜ਼ਾ ਹੈ ਕਿ ਉਸ ਦਿਨ 500 ਤੋਂ 700 ਲੋਕ ਮਾਰੇ ਗਏ ਸਨ। ਉਸ ਸਮੇਂ ਜਵਾਹਰ ਲਾਲ ਨਹਿਰੂ ਦੇਸ਼ ਦੇ ਪ੍ਰਧਾਨ ਮੰਤਰੀ ਸਨ। ਨਹਿਰੂ ਖੁਦ ਕੁੰਭ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ ਸਨ। ਬਹੁਤ ਸਾਰੇ ਪੱਤਰਕਾਰਾਂ ਤੇ ਰਿਪੋਰਟਾਂ ਨੇ ਦਾਅਵਾ ਕੀਤਾ ਕਿ ਨਹਿਰੂ ਉਸੇ ਦਿਨ ਉੱਥੇ ਗਏ ਸਨ ਅਤੇ ਉਹਨਾਂ ਦੇ VIP ਪਲ ਕਾਰਨ ਭੀੜ ਨੂੰ ਦੂਰ ਰੱਖਿਆ ਗਿਆ ਸੀ। ਜਦੋਂ ਭੀੜ ਬਹੁਤ ਵੱਧ ਗਈ ਤਾਂ ਭਗਦੜ ਮਚ ਗਈ ਤੇ ਭਗਦੜ ਵਿੱਚ ਕਈ ਲੋਕਾਂ ਦੀ ਜਾਨ ਚਲੀ ਗਈ। ਮੀਂਹ ਕਾਰਨ ਤਿਲਕਣ ਹੋ ਗਈ ਸੀ, ਇਸ ਲਈ ਜੋ ਕੋਈ ਵੀ ਫਿਸਲ ਕੇ ਡਿੱਗ ਪਿਆ ਉਹ ਮੁੜ ਕੇ ਉੱਠ ਨਹੀਂ ਸਕਿਆ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਹਿਰੂ ਦੇ ਨਾਲ ਤਤਕਾਲੀ ਰਾਸ਼ਟਰਪਤੀ ਰਾਜਿੰਦਰ ਪ੍ਰਸਾਦ ਦਾ ਵੀ ਕਾਫਲਾ ਸੀ।